ਸਪਾਊਸਲ ਓਪਨ ਵਰਕ ਪਰਮਿਟ ਐਪਲੀਕੇਸ਼ਨ ਦੇ ਵਿੱਚ ਇੱਕ ਫਿਰ ਬਹੁਤ ਵੱਡੀ ਡਾਊਟ ਆ ਰਹੀ ਹੈ ਐਪਲੀਕੈਂਟਸ ਨੂੰ ਕਿ ਅਗਰ ਤੁਸੀਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਉੱਪਰੋਂ ਲੋ ਸਕਿਲਡ ਦੇ ਵਿੱਚ ਜੌਬ ਕਰ ਰਹੇ ਹੋ ਵਿਚ ਇਜ਼ ਟੀਅਰ 4 ਔਰ 5 ਤਾਂ ਤੁਸੀਂ ਆਪਣੇ ਸਪਾਊਸ ਨੂੰ ਓਪਨ ਵਰਕ ਪਰਮਿਟ ਤੇ ਨਹੀਂ ਬੁਲਾ ਸਕਦੇ। ਇਸ ਇਨਫੋਰਮੇਸ਼ਨ ਦੇ ਵਿੱਚ ਕਿੰਨੇ ਫੈਕਟਸ ਆ ਐਂਡ ਕੀ ਰਿਐਲਿਟੀਜ਼ ਆ ਇਹ ਜਾਣਨੀਆਂ ਬਹੁਤ ਇੰਪੋਰਟੈਂਟ ਹੈ। ਸੋ ਐਜ਼ ਆਫ 16th of October ਜੇ ਆਪਾਂ ਅੱਜ ਦੀ ਗੱਲ ਕਰੀਏ ਤਾਂ ਇਸ ਦੇ ਜੋ IRCC ਦੇ ਅਕੋਰਡਿੰਗ ਰੂਲਸ ਐਂਡ ਰੈਗੂਲੇਸ਼ਨਸ ਆ ਉਸ ਦੇ ਅਕੋਰਡਿੰਗ ਆਪਾਂ ਇਸ ਫੈਕਟਸ ਨੂੰ ਡਿਸਕਸ ਕਰਦੇ ਹਾਂ ਐਂਡ ਤੁਹਾਨੂੰ ਡੀਟੇਲ ਦੇ ਵਿੱਚ ਸਮਝ ਆ ਜਾਣੀ ਕਿ ਕਿਹੜੇ ਐਪਲੀਕੈਂਟਸ ਆਪਣੇ ਸਪਾਊਸ ਦਾ ਓਪਨ ਵਰਕ ਪਰਮਿਟ ਲਗਾ ਸਕਦੇ ਆ ਜਾਂ ਐਕਸਟੈਂਸ਼ਨ ਪਾ ਸਕਦੇ ਆ। ਸੋ ਲੈਟਸ ਸਟਾਰਟ ਵਿਦ ਦੈਟ। ਹੈਲੋ एवरीवन। ਸੋ ਜਿਵੇਂ ਆਪਾਂ ਦੇਖ ਸਕਦੇ ਹਾਂ ਓਪਨ ਵਰਕ ਪਰਮਿਟ ਫॉर ਫੈਮਿਲੀ ਮੈਂਬਰਸ ਆਫ ਫੋਰਨ ਵਰਕਰਸ ਹੂ ਕੈਨ ਅਪਲਾਈ ਰਾਈਟ। ਸੋ ਜਦੋਂ ਆਪਾਂ ਜਾਣਦੇ ਹਾਂ ਤਾਂ ਹੁਣ ਇਸ ਦੇ ਵਿੱਚ ਮੇਨ ਟੂ ਕੈਟੇਗਰੀਜ਼ ਆ ਜਾਂਦੀਆਂ। ਤਾਂ ਫਸਟ ਵਨ ਇਜ਼ ਹਾਈ ਸਕਿੱਲ ਵਰਕਰ ਜਿਸ ਦੇ ਵਿੱਚ ਟੀਅਰ 0 1 2 ਐਂਡ 3 ਆਉਂਦੇ ਆ ਐਂਡ ਜਿਸ ਨੂੰ ਆਪਾਂ ਅਗਰ ਓਪਨ ਕਰਦੇ ਹਾਂ ਤਾਂ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਟੀਅਰ 0 1 2 ਐਂਡ 3 ਮੈਂਸ਼ਨ ਕੀਤਾ ਹੋਇਆ ਰਾਈਟ। ਬਟ ਇਸ ਟਾਈਮ ਆਪਾਂ ਜੋ ਇਨਫੋਰਮੇਸ਼ਨ ਮੇਨ ਸ਼ੇਅਰ ਕਰ ਰਹੇ ਹਾਂ ਉਹ ਲੋ ਸਕਿੱਲਡ ਵਰਕਰਸ ਦੀ ਗੱਲ ਕਰ ਰਹੇ ਹਾਂ ਇਸ ਦੇ ਵਿੱਚ। ਸੋ ਲੋ ਸਕਿੱਲਡ ਵਰਕਰਸ ਦੇ ਵਿੱਚ ਜਦੋਂ ਆਪਾਂ ਦੇਖੀਏ ਪ੍ਰਿੰਸੀਪਲ ਫੋਰਨ ਵਰਕਰ ਰਿਕੁਆਇਰਮੈਂਟਸ, ਸੋ ਇਹ ਜੋ ਸਪਾਊਸ ਕੈਨੇਡਾ ਦੇ ਵਿੱਚ ਆ ਉਸ ਨੂੰ ਪ੍ਰਿੰਸੀਪਲ ਫੋਰਨ ਵਰਕਰ ਕਿਹਾ ਗਿਆ। ਸੋ ਉਹਨਾਂ ਦੀਆਂ ਮੇਨ 4 ਰਿਕੁਆਇਰਮੈਂਟਸ ਹੁੰਦੀਆਂ। ਦਾ ਫਸਟ ਵਨ ਇਜ਼ ਜੋ ਤੁਹਾਡੇ ਸਪਾਊਸ ਕੈਨੇਡਾ ਦੇ ਵਿੱਚ ਹੈਗੇ ਆ ਉਹਨਾਂ ਦੀਆਂ ਕੀ ਰਿਕੁਆਇਰਮੈਂਟਸ ਹੋਣਗੀਆਂ। ਫਸਟ ਵਨ ਇਜ਼ ਯੂ ਹੈਵ ਵਨ ਆਫ ਦ ਫੋਲੋਇੰਗ ਅ ਵੈਲਿਡ ਵਰਕ ਪਰਮਿਟ। ਸੋ ਲੈਟਸ ਸੇ ਅਗਰ ਉਹ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਆ ਤਾਂ ਆਬਵੀਅਸ ਉਹਨਾਂ ਕੋਲ ਇੱਕ ਵੈਲਿਡ ਵਰਕ ਪਰਮਿਟ ਹੈਗਾ ਇਸ ਟਾਈਮ ਤੇ ਰਾਈਟ ਐਂਡ ਐਨ ਅਪਰੂਵਲ ਫॉर ਅ ਵਰਕ ਪਰਮਿਟ ਦੈਟ ਹੈਜ਼ਨਟ ਬੀਨ ਇਸ਼ੂਡ ਯੈਟ ਜਾਂ ਫਿਰ ਵਰਕ ਪਰਮਿਟ ਦੀ ਅਪਰੂਵਲ ਆ ਚੁੱਕੀ ਆ ਬਟ ਹਜੇ ਤੱਕ ਵਰਕ ਪਰਮਿਟ ਨਹੀਂ ਮਿਲਿਆਗਾ ਰਾਈਟ। ਸੋ ਲੈਟਸ ਸੇ ਅਗਰ ਉਹ ਆਊਟਸਾਈਡ ਆਫ ਕੈਨੇਡਾ ਤੋਂ ਵਰਕ ਪਰਮਿਟ ਅਪਲਾਈ ਕਰਦੇ ਆ ਉਹਨਾਂ ਦਾ ਵਰਕ ਪਰਮਿਟ ਅਪਰੂਵ ਹੋ ਚੁੱਕਿਆ, ਉਹਨਾਂ ਨੂੰ ਪੋਰਟ ਆਫ ਐਂਟਰੀ ਲੈਟਰ ਆ ਚੁੱਕੀ ਹੈ ਜਾਂ ਫਿਰ ਅਪਰੂਵਲ ਲੈਟਰ ਆ ਚੁੱਕੀ ਹੈ ਬਟ ਹਜੇ ਤੱਕ ਉਹਨਾਂ ਦਾ ਡਾਕੂਮੈਂਟ ਆਉਣਾ ਬਾਕੀ ਹੈ। ਸੋ ਉਸ ਕੇਸ ਦੇ ਵਿੱਚ ਵੀ ਉਹ ਐਲੀਜੀਬਿਲਿਟੀ ਮੰਨੀ ਜਾਂਦੀ ਹੈ। ਐਂਡ ਦ ਥਰਡ ਇਜ਼ ਐਨ ਆਥੋਰਾਈਜੇਸ਼ਨ ਟੂ ਵਰਕ ਵਿਦਆਊਟ ਅ ਵਰਕ ਪਰਮਿਟ। ਇਹ ਸਪੈਸੀਫਿਕ ਕੇਸ ਸਿਨੈਰੀਓ 'ਚ ਹੁੰਦਾ ਬਟ ਇਸ ਕੇਸ ਦੇ ਵਿੱਚ ਆਪਾਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੀ ਗੱਲ ਕਰ ਰਹੇ ਹਾਂ ਜੋ ਕਿ ਆਈਦਰ ਉਹਨਾਂ ਨੂੰ ਮਿਲ ਚੁੱਕਿਆ ਜਾਂ ਫਿਰ ਅਪਰੂਵ ਹੋ ਚੁੱਕਿਆ ਐਂਡ ਹਜੇ ਉਹਨਾਂ ਨੂੰ ਮੇਲ ਕੀਤਾ ਹੋਇਆ। ਸੋ ਦੋਨੋਂ ਕੇਸਿਸ ਦੇ ਵਿੱਚ ਉਹ ਆਪਾਂ ਕੰਡੀਸ਼ਨ ਫਸਟ ਆ ਜੋ ਉਹ ਮੀਟ ਕਰਦੇ ਆ। ਸੋ 4 ਦੇ ਵਿੱਚੋਂ ਆਪਾਂ ਫਸਟ ਕੰਡੀਸ਼ਨ ਇਸ ਅਕੋਰਡਿੰਗ ਮੀਟ ਕਰ ਜਾਂਦੇ ਹਾਂ। ਹੁਣ ਜੋ ਸੈਕੰਡ ਕੰਡੀਸ਼ਨ ਹੈਗੀ ਆ ਉਸ ਦੇ ਵਿੱਚ ਆਪਾਂ ਦੇਖਦੇ ਹਾਂ your work permit must be valid in Canada for at least 16 months when we receive your family members open work permit application। ਸੋ ਜਦੋਂ ਤੁਸੀਂ ਆਪਣੀ ਵਰਕ ਪਰਮਿਟ ਦੀ ਐਪਲੀਕੇਸ਼ਨ ਲਗਾਉਂਦੇ ਹੋ ਤਾਂ ਤੁਹਾਡੇ ਸਪਾਊਸ ਦਾ ਵਰਕ ਪਰਮਿਟ ਐਟਲੀਸਟ 6 ਮੰਥਸ ਦਾ ਹੋਣਾ ਚਾਹੀਦਾ, ਉਹਦੇ ਤੇ ਵੈਲਿਡਿਟੀ ਇੰਨੇ ਟਾਈਮ ਦੀ ਹੋਣੀ ਚਾਹੀਦੀ ਹੈ ਫਿਰ ਹੀ ਤੁਹਾਡੀ ਐਪਲੀਕੇਸ਼ਨ ਫਰਦਰ ਪ੍ਰੋਸੈਸ ਹੋਊਗੀ। ਸੋ ਜ਼ਿਆਦਾਤਰ ਜੋ ਪੋਸਟ ਗ੍ਰੈਜੂਏਟ ਵਰਕ ਪਰਮਿਟਸ ਹੁੰਦੇ ਆ ਉਹ 3 ਇਅਰਸ ਦੀ ਵੈਲਿਡਿਟੀ ਨਾਲ ਆਉਂਦੇ ਆ। ਸੋ ਜਿਸ ਦੇ ਵਿੱਚ ਅਗੇਨ ਆਪਾਂ ਜੋ ਸੈਕੰਡ ਪੁਆਇੰਟ ਆ ਉਹ ਵੀ ਮੀਟ ਕਰਦੇ ਆ। ਹੁਣ ਜੋ ਥਰਡ ਪੁਆਇੰਟ ਹੈ ਬਹੁਤ ਇੰਪੋਰਟੈਂਟ ਹੈ ਕਿਉਂਕਿ ਇਸ ਦੇ ਵਿੱਚ ਹੀ ਸਭ ਤੋਂ ਜ਼ਿਆਦਾ ਮਿਸ ਇਨਫੋਰਮੇਸ਼ਨ ਹੈ ਐਂਡ ਸਭ ਤੋਂ ਜ਼ਿਆਦਾ ਕਨਫਿਊਜ਼ਨ ਹੈ। ਸੋ ਦ ਥਰਡ ਪੁਆਇੰਟ ਸੇਜ਼ ਯੂ ਆਰ employed or will be employed in a low skilled occupation which is tier 4 and 5 category right of the national occupation code which is NOC ਜਿਹਨੂੰ ਆਪਾਂ ਗੱਲ ਕਰਦੇ ਹਾਂ। ਸੋ national occupation classification system is a NOC system at the time your family members submit their application। ਜਦੋਂ ਉਹ ਐਪਲੀਕੇਸ਼ਨ ਸਬਮਿਟ ਕਰਦੇ ਆ ਉਸ ਟਾਈਮ ਦੇ ਉੱਤੇ ਆਈਦਰ ਤੁਹਾਡੀ ਟੀਅਰ 4 ਔਰ 5 ਦੇ ਵਿੱਚ ਜੌਬ ਹੋਣੀ ਚਾਹੀਦੀ ਹੈ। ਸੋ ਇਹ ਲੋ ਸਕਿਲਡ ਪੋਜੀਸ਼ਨ ਦੀ ਗੱਲ ਹੋ ਰਹੀ ਹੈ ਇੱਥੇ। ਐਂਡ ਦ ਫੋਰਥ ਪੁਆਇੰਟ ਇਜ਼ ਯੂ ਆਰ ਲਿਵਿੰਗ ਔਰ ਪਲਾਨ ਟੂ ਲਿਵ ਇਨ ਕੈਨੇਡਾ ਵਾਈਲ ਵਰਕਿੰਗ। ਸੋ ਆਬਵੀਅਸ ਆ ਤੁਹਾਡੇ ਸਪਾਊਸ ਜੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਆ ਤਾਂ ਕੈਨੇਡਾ ਦੇ ਵਿੱਚ ਰਹਿ ਰਹੇ ਹੋਣਗੇ। ਸੋ ਇਸ ਦੇ ਉੱਪਰ ਜੋ ਥਰਡ ਪੁਆਇੰਟ ਆ ਉਹ ਕਲੈਰਿਟੀ ਇਨਫ ਦੇ ਦਿੰਦਾ ਆਪਾਂ ਨੂੰ ਕਿ ਅਗਰ ਤੁਹਾਡੇ ਸਪਾਊਸ ਟੀਅਰ 4 ਔਰ ਟੀਅਰ 5 ਦੇ ਵਿੱਚ ਵੀ ਜੌਬ ਕਰ ਰਿਹਾ ਸਟਿਲ ਤੁਸੀਂ ਸਪਾਊਸਲ ਓਪਨ ਵਰਕ ਪਰਮਿਟ ਐਪਲੀਕੇਸ਼ਨ ਲਈ ਐਲੀਜੀਬਲ ਹੋ। ਈਵਨ ਆਪਾਂ ਫਰਦਰ ਜਾਣੇ ਆ ਕਿਉਂਕਿ ਅਸੀਂ ਚਾਹੁੰਦੇ ਕਿ ਤੁਹਾਨੂੰ ਫਰਦਰ ਡੀਟੇਲਸ ਵੀ ਦਿੱਤੀਆਂ ਜਾਣ ਅਦਰਵਾਈਜ਼ ਇਹ ਫਿਰ ਤੁਹਾਡੇ ਲਈ ਕਨਫਿਊਜ਼ਨ ਜਨਰੇਟ ਕਰ ਸਕਦੇ ਆ। ਸੋ ਅੱਗੇ ਉਹ ਮੈਂਸ਼ਨ ਕਰਦੇ ਆ ਅਬਾਊਟ ਵਰਕ ਪਰਮਿਟ ਹੋਲਡਰਸ ਅੰਡਰ ਐਗਰੀ ਫੂਡ ਪਾਇਲਟ। ਸੋ ਇਹ ਡਿਫਰੈਂਟ ਇੱਕ ਪਾਇਲਟ ਪ੍ਰੋਗਰਾਮ ਆ ਜੋ ਪੋਸਟ ਗ੍ਰੈਜੂਏਟ ਵਰਕ ਪਰਮਿਟ ਐਪਲੀਕੈਂਟਸ ਆ ਉਸ ਦਾ ਇਸ ਪ੍ਰੋਗਰਾਮ ਨਾਲ ਕੋਈ ਵੀ ਲਿੰਕ ਨਹੀਂ ਹੈਗਾ ਬਟ ਸਟਿਲ ਜੇ ਆਪਾਂ ਗੱਲ ਕਰੀਏ ਤਾਂ ਦਿਸ ਇਜ਼ ਯੂਰ ਫੈਮਿਲੀ ਮੈਂਬਰਸ ਆਰ ਐਲੀਜੀਬਲ ਟੂ ਅਪਲਾਈ ਫॉर ਦ ਓਪਨ ਵਰਕ ਪਰਮਿਟ ਇਫ ਦ ਪ੍ਰਿੰਸੀਪਲ ਐਪਲੀਕੈਂਟ ਮੀਟ ਦ 4 following criteria listed above and both of the following। ਜਿਨ੍ਹਾਂ ਦੇ ਵਰਕ ਪਰਮਿਟ ਇਸ ਐਗਰੀ ਫੂਡ ਪਾਇਲਟ ਪ੍ਰੋਗਰਾਮ ਦੇ ਅੰਡਰ ਅਪਰੂਵ ਹੋਏ ਆ। ਸੋ ਇਹ ਅਗਰ ਤੁਹਾਡੇ ਸਪਾਊਸ ਦਾ ਇਸ ਪ੍ਰੋਗਰਾਮ ਦੇ ਅੰਡਰ ਦਿਸ ਇਜ਼ ਐਨ LMIA ਬੇਸਡ ਵਰਕ ਪਰਮਿਟ ਫਸਟ ਆਫ ਆਲ ਤਾਂ ਮੈਂ ਦੱਸਦਾ ਤੁਹਾਨੂੰ ਐਂਡ ਜੇ ਤੁਹਾਡੇ ਸਪਾਊਸ ਦਾ ਇਸ ਪ੍ਰੋਗਰਾਮ ਦੇ ਅੰਡਰ ਵਰਕ ਪਰਮਿਟ ਅਪਰੂਵ ਹੋਇਆ ਤਾਂ ਉਹਨਾਂ ਨੇ ਉੱਪਰ ਵਾਲੀਆਂ 4 ਕੰਡੀਸ਼ਨਸ ਤਾਂ ਮੀਟ ਕਰਨੀਆਂ ਹੀ ਕਰਨੀਆਂ ਜੋ ਕਿ ਆਪਾਂ ਹੁਣੇ ਰਿਵਿਊ ਕੀਤੀਆਂ ਪਲੱਸ ਉਹਨਾਂ ਨੇ ਜੋ ਨੀਚੇ ਬਾਟਮ ਤੇ 2 ਕੰਡੀਸ਼ਨਸ ਦਿੱਤੀਆਂ ਇਹ ਵੀ ਮੀਟ ਕਰਨੀਆਂ ਹੋਣਗੀਆਂ। ਇਹ ਕੰਡੀਸ਼ਨਸ ਕੀ ਕਹਿੰਦੀਆਂ you have a labor market impact assessment which is LMIA based work permit in the agriculture or low wage stream of the agri food pilot right। so ਇਸ ਦੇ ਵਿੱਚ ਤੁਹਾਡੇ ਕੋਲ LMIA based work permit ਹੋਣਾ ਚਾਹੀਦਾ
ਐਂਡ ਉਹ ਐਗਰੀਕਲਚਰ ਵਿੱਚ ਹੋਣਾ ਚਾਹੀਦਾ ਜਾਂ ਫਿਰ ਲੋ ਵੇਜ ਸਟਰੀਮ ਦੇ ਵਿੱਚ ਹੋਣਾ ਚਾਹੀਦਾ। The second condition is you received an acknowledgement of receipt letter from us confirming that your application for permanent residence is complete. Acknowledgement of receipt ਜਿਹਨੂੰ ਆਪਾਂ AOR ਕਹਿ ਦਿੰਦੇ ਆ ਜਾਂ ਜਿਹਨੂੰ ਆਪਾਂ ਫਾਈਲ ਨੰਬਰ ਕਹਿ ਦਿੰਦੇ ਆ ਲੋਕਲ ਲੈਂਗੁਏਜ ਦੇ ਵਿੱਚ, ਉਹ ਰਿਸੀਵ ਹੋ ਗਈ ਹੋਵੇ। ਸੋ ਅਗਰ ਤੁਹਾਡੇ ਸਪਾਊਸ ਨੇ PR ਐਪਲੀਕੇਸ਼ਨ ਲਗਾਈ ਸੀ, ਉਹਨਾਂ ਨੂੰ AOR ਆ ਚੁੱਕੀ ਹੈ, ਉਸ ਦੇ ਬਿਹਾਫ ਦੇ ਉੱਤੇ ਵੀ ਤੁਸੀਂ ਵਰਕ ਪਰਮਿਟ ਲਗਾ ਸਕਦੇ ਹੋ। ਬਟ ਇਹ ਐਗਰੀ ਫੂਡ ਪਾਇਲਟ ਪ੍ਰੋਗਰਾਮਸ ਵਾਲਿਆਂ ਦੀ ਗੱਲ ਹੋ ਰਹੀ ਆ, ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਲਿਆਂ ਦੀ ਗੱਲ ਨਹੀਂ ਹੋ ਰਹੀ। ਸੋ ਜੇ ਆਪਾਂ ਫਰਦਰ ਜਾਣਦੇ ਆ ਤਾਂ ਇੱਕ ਇਹਨਾਂ ਨੇ ਲਿਸਟ ਦਿੱਤੀ ਹੋਈ ਆ ਹੂ ਇਜ਼ ਨਾਟ ਐਲੀਜੀਬਲ ਐਟ ਦਿਸ ਟਾਈਮ, ਰਾਈਟ। ਸੋ ਜੋ ਕਨਫਿਊਜ਼ਨਸ ਬਿਲਡ ਹੋ ਰਹੀਆਂ ਕਿ ਕੌਣ ਐਲੀਜੀਬਲ ਹੈ ਕੌਣ ਨਹੀਂ ਹੈ, ਟੀਅਰ 4 ਔਰ 5 ਨਹੀਂ ਐਲੀਜੀਬਲ, ਸੋ ਉਹ ਇਨਫੋਰਮੇਸ਼ਨ ਜੋ ਮਿਸ ਇਨਫੋਰਮੇਸ਼ਨ ਆ ਉਹ ਸਾਰੀ ਇੱਥੇ ਕਲੀਅਰ ਹੋ ਚੁੱਕੀ। So your family members aren't eligible for this temporary measure if any of the following situations apply to you, the principal applicant. Okay, you hold a work permit under low wage stream of the temporary foreign worker program, which is a TFW program. Low wage stream work permit hold ਕਰਦੇ ਹੋ, which is again LMIE based work permit. ਤੁਹਾਡੇ ਤੇ implement ਨਹੀਂ ਹੁੰਦੀ ਇਹ ਚੀਜ਼। Second is you hold a work permit under the seasonal agriculture worker program. Again ਇਹ ਵੀ ਇੱਕ specific agriculture worker program ਹੁੰਦਾ। ਇਹ ਜ਼ਿਆਦਾਤਰ ਜੋ ਵਰਕ ਪਰਮਿਟਸ ਹੁੰਦੇ ਆ ਜ਼ਿਆਦਾਤਰ ਇਹ ਮੈਕਸੀਕੋ ਜਾਂ ਇਸ ਸਾਈਡ ਦੀਆਂ ਜੋ ਕੰਟਰੀਜ਼ ਆ ਉੱਥੋਂ ਜ਼ਿਆਦਾ ਵਰਕਰਸ ਆਉਂਦੇ ਆ, ਡਿਫਰੈਂਟ ਸਾਈਡ ਤੋਂ ਵੀ ਆਉਂਦੇ ਆ, ਬਟ ਇਹ ਸਪੈਸੀਫਿਕ ਸੀਜ਼ਨ ਲਈ ਆਉਂਦੇ ਆ। ਸੋ ਫੋਰ ਐਗਜ਼ਾਮਪਲ ਜੇ ਆਪਾਂ ਕਹੀਏ ਜਿਵੇਂ ਆਪਣੇ ਪੰਜਾਬ ਦੇ ਵਿੱਚ ਇੱਕ ਫਸਲ ਹੁੰਦੀ ਆ, ਉਹ ਉਸ ਦੇ ਵਾਢੀ ਟਾਈਮ ਜੇ ਆਪਾਂ ਕਹਿ ਦਈਏ ਵਰਕਰਸ ਆਉਂਦੇ ਆ, ਤਾਂ ਸੇਮ ਵੇ ਦੇ ਵਿੱਚ ਕੈਨੇਡਾ ਦੇ ਵਿੱਚ ਵੀ ਉਹ ਸੀਜ਼ਨਲ ਐਗਰੀਕਲਚਰ ਵਰਕਰਸ ਆਉਂਦੇ ਆ। ਸੋ ਇਹ ਵੀ PGWP ਵਾਲਿਆਂ ਲਈ ਨਹੀਂ ਇੰਪਲੀਮੈਂਟ ਹੁੰਦਾ। And the next part is you hold a work permit under the agriculture stream of the temporary foreign worker program. So this is also LMIE based work permit. So ਇਹ ਵੀ ਨਹੀਂ implement ਹੁੰਦਾ। You made a refugee claim that was referred to you to the Immigration Refugee Board. So ਤੁਸੀਂ refugee claim ਕੀਤਾ ਹੋਇਆ, so ਉਸ ਦੇ ਵਿੱਚ ਵੀ ਤੁਸੀਂ spouse ਨੂੰ ਨਹੀਂ ਸੱਦ ਸਕਦੇ, right? You are subject to an unenforceable removal order. So ਜੇ ਤੁਹਾਡੇ ਤੇ ਰਿਮੂਵਲ ਆਰਡਰ ਹੈਗਾ ਐਂਡ ਤੁਸੀਂ ਉਸ ਦੇ ਸਬਜੈਕਟ ਹੈਗੇ ਹੋ, ਵਿਚ ਮੀਨਸ ਤੁਹਾਡੇ ਤੋਂ ਇੰਪਲੀਮੈਂਟ ਹੋ ਰਿਹਾ, ਤਾਂ ਉਸ ਕੇਸ ਦੇ ਵਿੱਚ ਵੀ ਤੁਸੀਂ ਨਹੀਂ ਬੁਲਾ ਸਕਦੇ। ਯੂ ਆਰ ਐਨ ਇੰਟਰਨੈਸ਼ਨਲ ਸਟੂਡੈਂਟ ਹੂ ਇਜ਼ ਵਰਕਿੰਗ ਇਨ ਅ ਕੋਆਪ ਪ੍ਰੋਗਰਾਮ। ਸੋ ਕੋਆਪ ਜੋ ਹੁੰਦਾ ਇਹ ਇੰਟਰਨਸ਼ਿਪ ਹੁੰਦੀ ਹੈ ਕੈਨੇਡਾ ਦੇ ਵਿੱਚ, ਰਾਈਟ। ਸੋ ਅਗਰ ਤੁਹਾਡੇ ਸਪਾਊਸ ਕੋਆਪ ਪ੍ਰੋਗਰਾਮ ਦੇ ਵਿੱਚ ਜਾਂ ਕੋਆਪ ਦੀ ਇੰਟਰਨਸ਼ਿਪ ਲਗਾ ਰਹੇ ਆ, ਕਿਉਂਕਿ ਇਸ ਦਾ ਵੀ ਸਪੈਸੀਫਿਕ ਇੱਕ ਵਰਕ ਪਰਮਿਟ ਇਸ਼ੂ ਕੀਤਾ ਜਾਂਦਾ। ਸੋ ਅਗਰ ਤੁਹਾਡੇ ਸਪਾਊਸ ਹਜੇ ਕੋਆਪ ਪ੍ਰੋਗਰਾਮ ਆ, ਵਿਚ ਮੀਨਸ ਕਿ ਹਜੇ ਉਹ ਆਪਣੀ ਸਟੱਡੀ ਹੀ ਕਰ ਰਹੇ ਆ, ਉਹਨਾਂ ਦੀ ਸਟੱਡੀ ਕੰਪਲੀਟ ਨਹੀਂ ਹੋਈ, ਸੋ ਉਸ ਕੇਸ ਦੇ ਵਿੱਚ ਵੀ ਤੁਸੀਂ ਨਹੀਂ ਲਗਾ ਸਕਦੇ। ਯੂ ਆਰ ਐਨ ਇੰਟਰਨੈਸ਼ਨਲ ਸਟੂਡੈਂਟ ਵਰਕਿੰਗ ਆਫ ਕੈਂਪਸ ਵਿਦਆਊਟ ਅ ਵਰਕ ਪਰਮਿਟ। ਸੋ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੋ, ਵਿਚ ਮੀਨਸ ਅਗੇਨ ਕਿ ਤੁਹਾਡੀਆਂ ਹਜੇ ਸਟੱਡੀਜ਼ ਚੱਲ ਰਹੀਆਂ, ਜਿਸ ਦੇ ਵਿੱਚ ਤੁਸੀਂ ਵਿਦਆਊਟ ਵਰਕ ਪਰਮਿਟ ਆਫ ਕੈਂਪਸ ਵਰਕ ਕਰ ਰਹੇ ਹੋ। ਸੋ ਆਫ ਕੈਂਪਸ ਹੋ ਗਿਆ, ਆਊਟਸਾਈਡ ਤੁਸੀਂ ਆਪਣੇ ਕਾਲਜ ਦੇ ਜਾਂ ਇੰਸਟੀਟਿਊਟ ਦੇ ਆਊਟਸਾਈਡ ਤੁਸੀਂ ਵਰਕ ਕਰ ਰਹੇ ਹੋ ਵਿਦਆਊਟ ਵਰਕ ਪਰਮਿਟ, ਬਟ ਹਜੇ ਇੰਟਰਨੈਸ਼ਨਲ ਸਟੂਡੈਂਟ ਹੋ, ਤਾਂ ਇਸ ਵਰਕ ਪਰਮਿਟ ਦੇ ਬਿਹਾਫ ਦੇ ਉੱਪਰ ਵੀ ਤੁਸੀਂ ਸਪਾਊਸ ਦਾ ਵਰਕ ਪਰਮਿਟ ਨਹੀਂ ਲਗਾ ਸਕਦੇ। ਬਟ ਜੇ ਤੁਸੀਂ ਫੁੱਲ ਟਾਈਮ ਸਟੂਡੈਂਟ ਹੁੰਦੇ ਹੋ, 2 years ਮਾਸਟਰਸ ਡਿਗਰੀ ਕਰ ਰਹੇ ਹੋ, ਉਸ ਕੇਸ ਦੇ ਵਿੱਚ ਤੁਸੀਂ ਲਗਾ ਸਕਦੇ ਹੋ, ਰਾਈਟ। ਐਂਡ ਦ ਲਾਸਟ ਪੁਆਇੰਟ ਇਜ਼ ਯੂ ਆਰ ਅਪਲਾਈਂਗ ਫॉर ਅ ਪੋਸਟ ਗ੍ਰੈਜੂਏਟ ਵਰਕ ਪਰਮਿਟ ਬਟ ਹੈਵ, ਇਹ ਇੰਪੋਰਟੈਂਟ ਗੱਲ ਆ ਹੁਣ ਸਮਝਣ ਵਾਲੀ, ਯੂ ਆਰ ਅਪਲਾਈਂਗ ਫॉर ਐਨ PGWP ਬਟ ਯੂ ਹੈਵ ਨਾਟ ਰਿਸੀਵਡ ਅ ਪੋਜ਼ਿਟਿਵ ਡਿਸੀਜਨ ਔਨ ਦ PGWP ਐਟ ਦ ਟਾਈਮ ਦ ਡਿਸੀਜਨ ਔਨ ਯਰ ਫੈਮਿਲੀ ਮੈਂਬਰਸ ਐਪਲੀਕੇਸ਼ਨ ਇਜ਼ ਮੇਡ। ਹੁਣ ਇਹ ਕਹਿ ਰਹੇ ਆ ਕਿ ਅਗਰ ਤੁਸੀਂ PGWP ਦੀ ਐਪਲੀਕੇਸ਼ਨ ਸਬਮਿਟ ਕੀਤੀ ਹੋਈ ਹੈ ਬਟ ਹਜੇ ਤੱਕ ਤੁਹਾਡਾ ਪੋਜ਼ਿਟਿਵ ਡਿਸੀਜਨ ਨਹੀਂ ਆਇਆ, ਵਿਚ ਮੀਨਸ ਕਿ ਹਜੇ ਵਰਕ ਪਰਮਿਟ ਅਪਰੂਵ ਨਹੀਂ ਹੋਇਆ, ਉਸ ਟਾਈਮ ਦੇ ਉੱਪਰ ਤੁਸੀਂ ਆਪਣੇ ਸਪਾਊਸ ਦਾ ਵਰਕ ਪਰਮਿਟ ਨਹੀਂ ਅਪਲਾਈ ਕਰ ਸਕਦੇ, ਜਾਂ ਉਹਨਾਂ ਦੇ ਜਦੋਂ ਤੁਹਾਡੇ ਸਪਾਊਸ ਦਾ ਵਰਕ ਪਰਮਿਟ ਜੋ ਆਊਟਸਾਈਡ ਆਫ ਕੈਨੇਡਾ ਤੋਂ ਅਪਲਾਈ ਕੀਤਾ, ਸਪਾਊਸਲ ਓਪਨ ਵਰਕ ਪਰਮਿਟ, ਜਦੋਂ ਅਸੀਂ ਉਹਨਾਂ ਦੀ ਐਪਲੀਕੇਸ਼ਨ ਦਾ ਡਿਸੀਜਨ ਬਣਾ ਰਹੇ ਹੁੰਦੇ ਹਾਂ ਐਂਡ ਜੇ ਤੁਹਾਡਾ ਪੋਜ਼ਿਟਿਵ ਡਿਸੀਜਨ ਨਹੀਂ ਆਇਆ ਤਾਂ ਉਸ ਕੇਸ ਦੇ ਵਿੱਚ ਵੀ ਤੁਸੀਂ ਨਹੀਂ ਐਲੀਜੀਬਲ ਹੁੰਦੇ, ਰਾਈਟ। So the stream or program you were hired under is listed on a LMIA approval letter you got from the employer. So again ਇਸ ਦੇ ਵਿੱਚ ਜੋ ਵੀ ਸਾਰੀਆਂ ਕੈਟੇਗਰੀਜ਼ ਹੈਗੀਆਂ, ਇਹ ਕੋਈ ਵੀ ਕੈਟੇਗਰੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਐਪਲੀਕੈਂਟਸ ਲਈ ਨਹੀਂ ਐਲੀਜੀਬਲ। ਸਿਰਫ ਜੋ ਲਾਸਟ ਪੁਆਇੰਟ ਆ ਉਸ ਦੇ ਵਿੱਚ ਵੀ ਉਹ ਇਹ ਕਹਿ ਰਿਹਾ ਕਿ ਹਜੇ ਤੁਹਾਡਾ PGWP ਇਨ ਪ੍ਰੋਸੈਸ ਚੱਲ ਰਿਹਾ ਐਂਡ ਉਹ ਅਪਰੂਵ ਨਹੀਂ ਹੋਇਆ। ਆਈ ਨੋ ਇਸ ਦੇ ਵਿੱਚ ਹੁਣ ਫਰਦਰ ਕਨਫਿਊਜ਼ਨਸ ਆਉਣਗੀਆਂ ਜਿਨ੍ਹਾਂ ਨੇ ਆਲਰੇਡੀ PGWP ਅਪਲਾਈ ਕੀਤੇ ਹੋਇਆ ਵਿਦ ਇਨ ਕੈਨੇਡਾ, ਐਂਡ ਉਹਨਾਂ ਦਾ ਕੁਐਸਚਨ ਹੋਊਗਾ ਕਿ ਸਾਡੇ ਸਪਾਊਸ ਦਾ ਵਰਕ ਪਰਮਿਟ ਆਲਰੇਡੀ ਐਕਸਪਾਇਰ ਹੋ ਰਿਹਾ, ਕਿ ਅਸੀਂ ਐਕਸਟੈਂਸ਼ਨ ਅਪਲਾਈ ਕਰ ਸਕਦੇ ਹਾਂ। ਇਸ ਦੇ ਉੱਤੇ ਇੱਕ ਸੈਪਰੇਟ ਇਨਫੋਰਮੇਸ਼ਨ ਵੀਡੀਓ ਬਣਾਵਾਂਗੇ, ਬਟ ਟੂ ਆਨਸਰ ਇਟ ਇਨ ਵੈਰੀ ਸ਼ਾਰਟ, ਯੈਸ ਤੁਸੀਂ ਅਪਲਾਈ ਕਰ ਸਕਦੇ ਹੋ ਐਕਸਟੈਂਸ਼ਨ, ਪ੍ਰੋਵਾਈਡਡ ਤੁਸੀਂ ਸਰਟਨ ਪ੍ਰੂਫਸ ਪ੍ਰੋਵਾਈਡ ਕਰਨੇ ਹੁੰਦੇ ਆ ਕਿ ਤੁਸੀਂ ਉਹ ਐਲੀਜੀਬਿਲਿਟੀਜ਼ ਮੀਟ ਕਰ ਰਹੇ ਹੋ ਤੁਹਾਡੇ ਸਪਾਊਸ ਦੇ ਵਰਕ ਪਰਮਿਟ ਦੀ ਐਕਸਟੈਂਸ਼ਨ। ਓਕੇ, ਸੋ ਹੁਣ ਜੋ ਫੈਮਿਲੀ ਮੈਂਬਰ ਰਿਕੁਆਇਰਮੈਂਟ ਆ ਜਾਂਦੀ ਹੈ, ਇਹ ਜੋ ਫੈਮਿਲੀ ਮੈਂਬਰ ਆਊਟਸਾਈਡ ਆਫ ਕੈਨੇਡਾ ਜਿਨ੍ਹਾਂ ਦਾ ਤੁਸੀਂ ਆਲਰੇਡੀ ਵਰਕ ਪਰਮਿਟ ਲਗਾਉਣਾ, ਰਾਈਟ, ਜਿਨ੍ਹਾਂ ਨੇ ਹਜੇ ਵਰਕ ਪਰਮਿਟ ਨਹੀਂ ਮਿਲਿਆ ਆਊਟਸਾਈਡ ਆਫ ਕੈਨੇਡਾ ਹੈਗੇ ਤੁਹਾਡੇ ਸਪਾਊਸ, ਉਹਨਾਂ ਦੀ ਗੱਲ ਕਰ ਰਹੇ ਆ। ਦੇ ਮੀਟ ਦ ਜਨਰਲ ਐਲੀਜੀਬਿਲਿਟੀ ਰਿਕੁਆਇਰਮੈਂਟਸ ਫॉर ਅ ਵਰਕ ਪਰਮਿਟ
they are in a genuine relationship with the person who makes them eligible, ਜੋ ਸਪਾਊਸ ਕੈਨੇਡਾ 'ਚ ਉਹ ਐਲੀਜੀਬਲ ਕਰਦੇ ਉਹਨਾਂ ਨੂੰ ਵਰਕ ਪਰਮਿਟ ਲਈ। ਐਂਡ ਇਸ ਦੇ ਵਿੱਚ ਡਿਪੈਂਡੈਂਟ ਚਾਈਲਡ ਦੀ ਵੀ ਗੱਲ ਹੁੰਦੀ ਆ। ਅਗਰ ਤੁਸੀਂ ਡਿਪੈਂਡੈਂਟ ਚਾਈਲਡ ਹੋ ਵਰਕ ਪਰਮਿਟ ਹੋਲਡਰ ਦੇ, ਤਾਂ ਵੀ ਤੁਸੀਂ ਆਪਣੇ ਚਾਈਲਡ ਦਾ ਸਟੱਡੀ ਵੀਜ਼ਾ ਜਾਂ ਫਿਰ ਜੇ ਉਹਨਾਂ ਦੀ ਏਜ ਇਨਫ ਹੈਗੀ ਤਾਂ ਉਹ ਵਰਕ ਪਰਮਿਟ ਵੀ ਅਪਲਾਈ ਕਰ ਸਕਦੇ। ਐਂਡ ਇਫ ਯੂਰ ਫੈਮਿਲੀ ਮੈਂਬਰ ਇਜ਼ ਇਨ ਕੈਨੇਡਾ, ਦੇ ਮਸਟ ਬੀ ਇਨ ਵਨ ਆਫ ਦ ਫੋਲੋਇੰਗ ਸਿਚੁਏਸ਼ਨਸ। ਸੋ ਜੇ ਲੈਟਸ ਸੇ ਤੁਸੀਂ ਵਿਜ਼ਟਰ ਵੀਜ਼ਾ ਤੇ ਆਏ ਹੋਏ ਹੋ ਐਂਡ ਹੁਣ ਤੁਸੀਂ ਆਪਣੇ ਸਪਾਊਸ ਦਾ ਵਰਕ ਪਰਮਿਟ ਅਪਲਾਈ ਕਰਨਾ ਚਾਹੁੰਦੇ ਹੋ, ਮੰਨ ਲਓ ਜਦੋਂ ਤੁਸੀਂ ਸਟੱਡੀ ਸੀਗੀਆਂ ਉਦੋਂ ਤੁਸੀਂ ਐਲੀਜੀਬਲ ਨਹੀਂ ਸੀ ਐਂਡ ਹੁਣ ਤੁਸੀਂ PGWP ਤੇ ਹੋ, ਇਸ ਕਰਕੇ ਹੁਣ ਤੁਸੀਂ ਆਪਣੇ ਸਪਾਊਸ ਦਾ ਵਰਕ ਪਰਮਿਟ ਅਪਲਾਈ ਕਰਨਾ ਚਾਹੁੰਦੇ ਹੋ। ਸੋ ਤੁਹਾਡੇ ਸਪਾਊਸ ਕੋਲੇ ਮੇਨਲੀ ਦੇ ਮਸਟ ਹੈਵ ਅ ਵੈਲਿਡ ਟੈਂਪਰੇਰੀ ਰੈਜ਼ੀਡੈਂਸ ਸਟੇਟਸ, ਵਿਚ ਮੀਨਸ ਉਹਨਾਂ ਦਾ ਜੋ ਵਿਜ਼ਟਰ ਵੀਜ਼ਾ ਉਹ ਵੈਲਿਡ ਹੋਣਾ ਚਾਹੀਦਾ। They have applied to extend their status before it expired, which means they are on a maintained status or a applied status. So ਉਹਨਾਂ ਦਾ ਸਟੇਟਸ ਐਕਸਪਾਇਰ ਨਹੀਂ ਹੋਇਆ ਐਂਡ ਉਹਨਾਂ ਨੇ ਐਕਸਪਾਇਰ ਹੋਣ ਤੋਂ ਪਹਿਲਾਂ ਆਪਣਾ ਸਟੇਟਸ ਐਕਸਟੈਂਡ ਲਈ ਸਬਮਿਟ ਕਰ ਦਿੱਤਾ। ਦੇ ਆਰ ਐਲੀਜੀਬਲ ਫॉर ਰੈਸਟੋਰੇਸ਼ਨ ਆਫ ਦੇ ਸਟੇਟਸ ਐਜ਼ ਅ ਵਿਜ਼ਟਰ ਵਰਕਰ ਔਰ ਸਟੂਡੈਂਟ, ਰਾਈਟ। ਸੋ ਇਹ ਸਾਰੀਆਂ ਜੋ ਕੰਡੀਸ਼ਨਸ ਜੋ ਇਨਫੋਰਮੇਸ਼ਨ ਦਿੱਤੀ ਗਈ ਆ, ਇਹ ਟੀਅਰ 4 ਔਰ 5 ਦੇ ਐਪਲੀਕੈਂਟਸ ਲਈ ਦਿੱਤੀ ਗਈ ਆ। ਸੋ ਇਸ ਕਰਕੇ ਐਂਡ ਜੇ ਆਪਾਂ ਦੇਖੀਏ ਤਾਂ ਇਹ ਜੋ ਲੇਟੈਸਟ ਇਨਫੋਰਮੇਸ਼ਨ ਸੀ ਇਹ 18th of September 2024 ਨੂੰ ਅਪਡੇਟ ਹੋਈ ਸੀ। ਉਸ ਤੋਂ ਬਾਅਦ ਇਸ ਦੇ ਵਿੱਚ ਕੋਈ ਵੀ ਚੇਂਜਸ, ਕੋਈ ਵੀ ਅਪਡੇਟਸ ਹਜੇ ਤੱਕ ਨਹੀਂ ਆਏ ਐਜ਼ ਆਫ 16th of October 2024। ਬਟ ਫਰਦਰ ਜਾ ਕੇ ਜਦੋਂ ਵੀ ਚੇਂਜਸ ਆਉਂਦੀਆਂ ਤਾਂ ਡੈਫੀਨੇਟਲੀ ਅਸੀਂ ਤੁਹਾਨੂੰ ਅਪਡੇਟ ਵੀ ਕਰਾਂਗੇ ਐਂਡ ਉਸ ਦੇ ਬਿਹਾਫ ਦੇ ਉੱਤੇ ਫਿਰ ਉਸ ਅਕੋਰਡਿੰਗ ਤੁਹਾਡੀਆਂ ਐਲੀਜੀਬਿਲਿਟੀਜ਼ ਚੇਂਜ ਹੋ ਜਾਣਗੀਆਂ। ਅਗੇਨ ਜੇ ਤੁਹਾਡੇ ਕੋਈ ਵੀ ਇਸ ਕੁਐਰੀਜ਼ ਨੂੰ ਲੈ ਕੇ ਡਾਊਟਸ ਆ, ਫੀਲ ਫਰੀ, ਡੂ ਨਾਟ ਹੈਜ਼ੀਟੇਟ। ਸਾਡੇ ਕੋਈ ਵੀ ਇਸ ਦੇ ਰਿਲੇਟਿਡ ਕੋਈ ਵੀ ਕੰਸਲਟੇਸ਼ਨ ਚਾਰਜਸ ਨਹੀਂ ਹੁੰਦੇ, ਕੋਈ ਵੀ ਅਸੀਂ ਫੀਸ ਨਹੀਂ ਚਾਰਜ ਕਰਦੇ ਤੁਹਾਨੂੰ ਐਂਡ ਜੋ ਵੀ ਤੁਹਾਡੀਆਂ ਕੁਐਰੀਜ਼, ਜੋ ਵੀ ਤੁਹਾਡੀਆਂ ਡਾਊਟਸ ਹੁੰਦੀਆਂ ਉਸ ਨੂੰ ਕਲੀਅਰ ਕਰਨ ਦੇ ਲਈ। ਸੋ ਫੀਲ ਫਰੀ ਐਂਡ ਜੇ ਤੁਹਾਨੂੰ ਕੰਸਲਟੇਸ਼ਨ ਦੀ ਲੋੜ ਵੀ ਹੋਗੀ, ਦੈਟ ਵਿਲ ਬੀ ਆਲਸੋ ਅਗੇਨ ਫ੍ਰੀ ਆਫ ਚਾਰਜ। ਤਾਂ ਅਸੀਂ ਤੁਹਾਡੀ ਕੰਸਲਟੇਸ਼ਨ ਬੁੱਕ ਕਰਕੇ ਤੁਹਾਡੇ ਸਪੈਸੀਫਿਕ ਕੇਸ ਸਿਨੈਰੀਓ ਦੇ ਅਕੋਰਡਿੰਗ ਤੁਹਾਡੀ ਕੁਐਰੀਜ਼ ਦੇ ਆਨਸਰ ਦੇਵਾਂਗੇ। ਸੋ ਅਗੇਨ ਜੋ ਰਾਈਟ ਇਨਫੋਰਮੇਸ਼ਨ ਆ ਉਸ ਨੂੰ ਜਾਣਨਾ ਬਹੁਤ ਜ਼ਿਆਦਾ ਇੰਪੋਰਟੈਂਟ ਆ, ਅਦਰਵਾਈਜ਼ ਤੁਸੀਂ ਈਜ਼ੀਲੀ ਮਿਸਲੀਡ ਹੋ ਸਕਦੇ ਹੋ ਤੁਹਾਡੀ ਵੀਜ਼ਾ ਐਪਲੀਕੇਸ਼ਨ ਦੇ ਵਿੱਚ ਜਾਂ ਤੁਹਾਡੀ PR ਐਪਲੀਕੇਸ਼ਨ ਦੇ ਵਿੱਚ। ਸੋ ਗੁੱਡ ਲੱਕ ਵਿਦ ਦ ਐਪਲੀਕੇਸ਼ਨਸ ਐਂਡ ਸੀ ਯੂ ਸੂਨ। ਸੋ ਜਿਵੇਂ ਕਿ ਤੁਸੀਂ ਦੇਖਿਆ ਕਿ ਅਗਰ ਤੁਸੀਂ ਟੀਅਰ 4 ਔਰ 5 ਦੇ ਵਿੱਚ ਵੀ ਜੌਬ ਕਰ ਰਹੇ ਹੋ, ਐਜ਼ ਆਫ ਟੁਡੇ ਤੁਸੀਂ ਹਜੇ ਵੀ ਆਪਣੇ ਸਪਾਊਸ ਦੀ ਓਪਨ ਵਰਕ ਪਰਮਿਟ ਐਪਲੀਕੇਸ਼ਨ ਲਗਾ ਸਕਦੇ ਹੋ। ਵੀ ਨੋ ਦੈਟ ਕਿ ਬਹੁਤ ਜ਼ਿਆਦਾ ਇਨਫੋਰਮੇਸ਼ਨ ਸੋਸ਼ਲ ਮੀਡੀਆਸ 'ਤੇ ਇਹ ਵੀ ਹੈ ਕਿ ਹੁਣ ਤੁਸੀਂ ਨਹੀਂ ਐਲੀਜੀਬਲ ਹੈਗੇ, ਬਟ ਜੋ ਇਨਫੋਰਮੇਸ਼ਨ ਜਾਂ ਜੋ ਚੇਂਜਸ ਆਈਆਂ ਸੀ ਉਹ ਫਿਊਚਰ ਦੇ ਬਾਰੇ ਮੈਂਸ਼ਨ ਕੀਤੀਆਂ ਗਈਆਂ, ਉਹ ਚੇਂਜਸ ਕਦੋਂ ਵੀ ਇੰਪਲੀਮੈਂਟ ਹੋ ਸਕਦੀਆਂ। ਐਜ਼ ਆਫ ਟੁਡੇ ਹਜੇ ਉਹ ਚੇਂਜਸ ਇੰਪਲੀਮੈਂਟ ਨਹੀਂ ਹੋਈਆਂ, ਬਟ ਫਿਊਚਰ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਡੈਫੀਨੇਟਲੀ ਜੋ ਚੇਂਜਸ ਸੀਗੀਆਂ ਕਿ ਸਰਟਨ ਸਪੈਸੀਫਿਕ ਆਕੂਪੇਸ਼ਨ ਵਾਲੇ ਐਪਲੀਕੈਂਟਸ ਹੀ ਆਪਣੇ ਸਪਾਊਸ ਦਾ ਓਪਨ ਵਰਕ ਪਰਮਿਟ ਲਗਾ ਸਕਣਗੇ ਜਾਂ ਜੋ ਮਾਸਟਰਸ ਦੇ ਵਿੱਚ 2 ਇਅਰਸ ਦੀ ਡਿਗਰੀ ਕਰਦੇ ਉਹ ਲਗਾ ਸਕਣ। ਸੋ ਉਹ ਚੇਂਜਸ ਇਵੈਂਚੁਅਲੀ ਅਨਾਉਂਸ ਹੋ ਜਾਣਗੀਆਂ ਐਂਡ ਉਸ ਤੋਂ ਬਾਅਦ ਇਹ ਇੰਪਲੀਮੈਂਟ ਹੋ ਜਾਊਗਾ। ਪਰ ਜਿਹੜੇ ਐਪਲੀਕੈਂਟਸ ਇਸ ਚੇਂਜਸ ਤੋਂ ਪਹਿਲਾਂ ਆਪਣੀ ਐਪਲੀਕੇਸ਼ਨਸ ਲਗਾ ਦੇਣਗੇ ਜਾਂ ਫਿਰ ਤੁਹਾਡੀ ਐਪਲੀਕੇਸ਼ਨ ਆਲਰੇਡੀ ਇਨ ਪ੍ਰੋਸੈਸ ਹੋਊਗੀ, ਉਹਨਾਂ ਉੱਪਰ ਇਹ ਚੇਂਜਸ ਦਾ ਕੋਈ ਵੀ ਇੰਪੈਕਟ ਨਹੀਂ ਹੋਊਗਾ। ਸੋ ਅਗਰ ਤੁਹਾਡੀ ਕੋਈ ਵੀ ਡਾਊਟਸ ਜਾਂ ਕਨਫਿਊਜ਼ਨਸ ਹੈਗੀਆਂ ਤਾਂ ਤੁਸੀਂ ਐਕਚੁਅਲ ਫੈਕਟਸ ਜਾਣਨ ਲਈ ਸਾਨੂੰ ਨੀਚੇ ਕਮੈਂਟ ਕਰ ਸਕਦੇ ਹੋ ਐਂਡ ਵੀ ਵਿਲ ਗੈਟ ਬੈਕ ਟੂ ਯੂ, ਜਾਂ ਫਿਰ ਤੁਸੀਂ ਦਿੱਤੇ ਹੋਏ ਨੰਬਰਸ ਤੇ ਕੰਟੈਕਟ ਵੀ ਕਰ ਸਕਦੇ ਹੋ। ਗੁੱਡ ਲੱਕ ਵਿਦ ਦ ਐਪਲੀਕੇਸ਼ਨਸ, ਟੇਕ ਕੇਅਰ।